सुरत सिमरत दुए कन्नी मुंदा परमित बाहर खिंथा सुन गुफा मैं आसन बैसन कल्प विवर्जत पंथा मेरे राजन मैं बैरागी जोगी मर्त न सोग बेयोगी रहो खंड ब्रह्मंड में सिंगी मेरा बटुआ सब जग पसमा तारी ताड़ी लागी त्रिपल पलटी है छूटे हुए पसारी मन पवन दोए तुम्बा करी है जुग जुग सारद साजी थिर पई तंती टूट सनाही अनहद किंगुरी बाजी सुन मन मगन पे है पूरे माया ढोल न लगी कहो कबीर तको पुनरप जन्म नहीं खेल गयो बैरागी मैं नहीं किच हो किच आहे न मोरा अवसर लज्जा राख ले हो सदना जन तोरा विसर नहीं दातार अपना नाम दे हो गुण गावा दिन रात नानक चाओ ए हो ज़हरा ज़हूर हाजरा हजूर सर्व कला भरपूर समर्थ गुरु लोक परलोक दे रखक भगत वशल ज्ञान दे सागर सतगुरु गुरु ग्रंथ साहिब जी महाराज दसां पातशाहियां दी भगतां भट्टां सिखां प्यारियां दी जोत बाणी स्वरूप श्री गुरु ग्रंथ साहिब जी महाराज सतगुरु जी दी पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी धनता दे योग वडभागे हो सतगुरु जी ने अपार बख्शिश मेहर रहमत की है जीवन स्वास बख्शे हैं अमृत वेला सच नाओ वड्याई विचार करमी आवे कपड़ा नदरी मोख द्वार सो गुरु दी बख्शिश है मेहरबान दी मेहर है स्वास शरीर चल रहा है समय दे नाल और इस श्वास शरीर चलन दे दौरान सानू गुरु दे नाल जुड़न दा मौका अवसर मिले या मिल इस करके असी सारे ही अपने आप नू वड्डियां भागां वाले मन सकते हाँ बिल्कुल बड़ी बार असी सरवण किया वड भागी साध संग प्राप्त तिन भेट दुरमत खोई जदों वड्डियां भागां वाला कोई सिख जिहदे भाग सतगुरु जी आप जगाउंदे ने जदों गुरु दे चरनां विच आउंदा महाराज जी ने बाणी विच लिखिया उहदी दुरमत चले जांदी दुरमत बड़ी भैड़ी चीज़ है सोच दे विच वसी होई दुरमत मतलब अपनी मत अपनी मन मत दूजे की सलाह दूजी मत
ਜਾਂ ਗੁਰਮਤਿ ਤੋਂ ਉਲਟ ਕੋਈ ਵੀ ਚੀਜ਼ ਜਿਹੜੀ ਸੋਚਣੀ ਹੈ ਉਹ ਦੁਰਮਤਿ ਦੇ ਆਪਣੇ ਦਾਇਰੇ ਵਿੱਚ ਆਉਂਦੀ ਹੈ, ਜੋ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੀ ਹੈ, ਜੋ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਬਣ ਦਿੰਦੀ, ਭਰੋਸਾ ਸ਼ਰਧਾ ਨਹੀਂ ਬਣ ਦਿੰਦੀ। ਉਹ ਚੀਜ਼ ਨੂੰ ਅਸੀਂ ਦੁਰਮਤ ਵੀ ਕਹਿ ਸਕਦੇ ਹਾਂ, ਗੁਰਮਤ ਨਹੀਂ। ਜੇ ਗੁਰਮਤ ਹੋਵੇ ਤੇ ਭਰਮ ਆਉਂਦਾ ਹੀ ਨਹੀਂ। ਜੇ ਗੁਰਮਤ ਹੋਵੇ ਤੇ ਕੋਈ ਕਿਸੇ ਕਿਸਮ ਦਾ ਸ਼ੱਕ ਰਹਿੰਦਾ ਹੀ ਨਹੀਂ। ਇਹਦਾ ਮਤਲਬ ਜੇ ਕੋਈ ਸ਼ੱਕੀ ਹੈ, ਜੇ ਕੋਈ ਸ਼ੰਕਾ ਕਰਦਾ ਹੈ, ਤੇ ਇਹਦਾ ਮਤਲਬ ਉਹਦੇ ਅੰਦਰ ਦੁਬਿਧਾ ਦੁਰਮਤ ਜ਼ਰੂਰ ਹੈ, ਕਲੀਅਰ ਨਹੀਂ ਹੈ, ਸਾਫ਼ ਨਹੀਂ ਹੈ, ਉਹ ਕਨਫਿਊਜ਼ ਹੈ। ਸੋ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਆਪਾਂ, ਉਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਇੱਥੇ ਦਰਸ਼ਨ ਦਾ ਮਤਲਬ ਕੇਵਲ ਦੇਖਣਾ ਨਹੀਂ ਵੀ ਦੇਖ ਲਿਆ ਤੇ ਉਹਦੇ ਨਾਲ ਮੇਰਾ ਸੰਸਾ ਮਿਟ ਗਿਆ। ਦਰਸ਼ਨ ਜਿਹੜੇ ਨੇ ਉਹ ਕਈ ਪ੍ਰਕਾਰ ਦੇ ਲਿਖੇ ਨੇ। ਬਾਣੀ ਨੂੰ ਸੁਣਨਾ, ਵਿਚਾਰਨਾ, ਇਹਨੂੰ ਵੀ ਦਰਸ਼ਨ ਕਹਿੰਦੇ ਹਨ। ਮੰਨਣਾ, ਮੁੜ ਕੇ ਸੁਣ ਕੇ ਵਿਚਾਰ ਕੇ ਮੰਨਣਾ, ਇਹਨੂੰ ਵੀ ਦਰਸ਼ਨ ਕਹਿੰਦੇ ਹਨ। ਔਰ ਸਾਡੇ ਮਨ ਵਿੱਚ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਅਸੀਂ ਮੱਥਾ ਟੇਕ ਕੇ, ਅਸੀਂ ਨਮਸਕਾਰ ਕਰਕੇ ਘਰ ਆ ਗਏ ਹਾਂ ਤੇ ਸਾਨੂੰ ਦਰਸ਼ਨ ਹੋ ਗਏ। ਕੇਵਲ ਇਸ ਤਰ੍ਹਾਂ ਦਾ ਦੇਖਣਾ, ਕੇਵਲ ਇਸ ਨੂੰ ਦਰਸ਼ਨ ਨਹੀਂ ਕਹਿੰਦੇ। ਜੋ ਗੁਰੂ ਦੇ ਹੁਕਮ ਨੂੰ ਸੁਣਦਾ ਹੈ, ਗੁਰੂ ਦੇ ਹੁਕਮ ਤੇ ਵਿਚਾਰ ਕਰਦਾ ਤੇ ਗੁਰੂ ਦੇ ਹੁਕਮ ਤੇ ਚੱਲਣਾ ਚਾਹੁੰਦਾ ਜਾਂ ਚੱਲਦਾ, ਜੋ ਚੱਲਣਾ ਚਾਹੁੰਦਾ, ਜੋ ਚੱਲਦਾ, ਉਹ ਅਸਲੀ ਉਸ ਦੇ ਦਰਸ਼ਨ ਹਨ। ਤੇ ਉਹਦੇ ਕੀਤੇ ਹੋਏ ਦਰਸ਼ਨ ਉਸ ਨੂੰ ਨਿਹਾਲ ਕਰਦੇ ਹਨ, ਉਸ ਨੂੰ ਸੁਖੀ ਕਰਦੇ ਹਨ, ਉਸ ਨੂੰ ਆਨੰਦ ਵਿੱਚ ਲੈ ਕੇ ਜਾਂਦੇ ਹਨ। ਸੋ ਜਿਹਦੇ ਅੰਦਰ ਖਿੱਚ ਹੋਏਗੀ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ ਸਾਹਮਣੇ। ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ, ਟਿਕਾ ਮਿਲਦਾ ਹੈ, ਜੰਜ ਵੀ ਕਹਿ ਸਕਦੇ ਹਾਂ ਸੋਝੀ ਵੀ ਮਿਲਦੀ ਹੈ, ਸੋਝੀ ਮਿਲਦੀ ਹੈ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਕੱਲਾ ਕਿਧਰੇ ਨਹੀਂ ਲਿਖਿਆ। ਮੱਥਾ ਟੇਕਣ ਦੇ ਨਾਲ ਸੋਝੀ ਮਿਲਦੀ ਹੈ। ਮੱਥਾ ਟੇਕਣ ਦਾ ਮਤਲਬ ਵੀ ਜਿਹੜੀ ਚੀਜ਼ ਅੱਗੇ ਚੱਲ ਰਹੀ ਹੈ ਉਹਨੂੰ ਆਪਣੇ ਸਿਰ ਮੱਥੇ ਮੰਨਣਾ, ਖਿੜੇ ਮੱਥੇ। ਜੋ ਕੁਛ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ, ਜੋ ਹੁਕਮਨਾਮਾ ਹੁੰਦਾ, ਜੋ ਕੀਰਤਨ ਕਥਾ ਰਾਹੀਂ ਸਾਨੂੰ ਮਿਲਦਾ, ਜੋ ਕੁਝ ਵੀ, ਉਸ ਚੀਜ਼ ਨੂੰ ਗੁਰੂ ਦਾ ਹੁਕਮ ਮੰਨਣਾ। ਇਹ ਨਹੀਂ ਇਕੱਲਾ ਹੁਕਮ ਜਿਹੜਾ ਅਰਦਾਸ ਤੋਂ ਬਾਅਦ ਹੁਕਮ ਹੁੰਦਾ, ਉਹ ਹੁਕਮ ਹੁੰਦਾ। ਜਿਹੜਾ ਬਾਕੀ ਕੀਰਤਨ ਕਥਾ ਜਾਂ ਨਿਤਨੇਮ ਦੀਆਂ ਬਾਣੀਆਂ ਜਾਂ ਆਸਾ ਦੀ ਵਾਰ, ਇਹ ਹੁਕਮ ਨਹੀਂ ਹੁੰਦਾ। ਜਿੰਨਾ ਅਸੀਂ ਉਹ ਹੁਕਮਨਾਮਾ ਸਿਰ ਝੁਕਾ ਕੇ ਮੰਨਦੇ ਹਾਂ, ਚਾਹੇ ਆਸਾ ਦੀ ਵਾਰ ਪੜ੍ਹੀ ਜਾਵੇ, ਸੁਖਮਨੀ ਸਾਹਿਬ ਪੜ੍ਹੀ ਜਾਵੇ, ਕੀਰਤਨ ਕੀਤਾ ਜਾਵੇ, ਕਥਾ ਰਾਹੀਂ ਵਿਚਾਰ ਕੀਤੇ ਜਾਣ, ਇਹ ਵੀ ਉਹਦਾ ਹੁਕਮਨਾਮਾ ਹੀ ਹੁੰਦਾ। ਇਹ ਵੀ ਹੁਕਮ ਹੀ ਹੁੰਦਾ ਹੈ, ਵੀ ਬਾਣੀ ਦੇ ਸ਼ਬਦ ਦੀ ਵਿਚਾਰ ਹੀ ਹੁੰਦੀ ਹੈ। ਇਸ ਕਰਕੇ ਇਸ ਨੂੰ ਵੀ ਗੁਰੂ ਦਾ ਹੁਕਮ ਹੀ ਸਮਝਣਾ ਹੈ। ਭਈ ਸਾਨੂੰ ਗੁਰੂ ਸਾਹਿਬ ਇਹ ਹੁਕਮ ਦੇ ਰਹੇ ਹਨ। ਔਰ ਜਿਹੜਾ ਅਸੀਂ ਹੁਕਮਨਾਮਾ ਬਾਅਦ ਵਿੱਚ ਸੁਣਦੇ ਹਾਂ, ਬਹੁਤ ਜ਼ਰੂਰੀ ਹੈ ਸੁਣਨਾ, ਪਰ ਕਈ ਵਾਰ ਸਾਨੂੰ ਉਹਦਾ ਮਤਲਬ ਨਹੀਂ ਪਤਾ ਲੱਗਦਾ, ਉਸ ਦਾ ਅਰਥ ਨਹੀਂ ਪਤਾ ਲੱਗਦਾ। ਅਸੀਂ ਸੁਣ ਜ਼ਰੂਰ ਲੈਂਦੇ ਹਾਂ, ਸੁਣ ਕੇ ਚਲੇ ਵੀ ਜਾਂਦੇ ਹਾਂ, ਪਰ ਅਸਲ ਦੇ ਵਿੱਚ ਮਨ ਵਿੱਚ ਕਈ ਵਾਰ ਇਹ ਚੀਜ਼ ਆਉਂਦੀ ਹੈ ਵੀ ਇਹਦਾ ਸਮਝ ਤੇ ਸਾਰਿਆਂ ਨੂੰ ਨਹੀਂ ਲੱਗਦੀ, ਸਾਰਿਆਂ ਨੂੰ ਲੱਗਣੀ ਚਾਹੀਦੀ ਹੈ। ਜੋ ਗੱਲ ਬੋਲੀ ਜਾਵੇ, ਕਹੀ ਜਾਵੇ, ਹੁਕਮਨਾਮਾ ਬੋਲਿਆ ਜਾਵੇ, ਉਹ ਸੁਣਾਉਣ ਵਾਲੇ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਤੇ ਸੁਣਨ ਵਾਲੇ ਨੂੰ ਵੀ ਸਮਝ ਹੋਣੀ ਚਾਹੀਦੀ ਹੈ। ਦੋਨਾਂ ਨੂੰ ਵੀ ਸਮਝ ਆਉਣਾ ਚਾਹੀਦਾ। ਜੇ ਦੋਨਾਂ ਵਿੱਚੋਂ ਕਿਸੇ ਨੂੰ ਵੀ ਸਮਝ ਨਹੀਂ ਤੇ ਫਿਰ ਉਹ ਚੀਜ਼ ਅਸਰ ਕਿੱਥੇ ਕਿਵੇਂ ਕਰੇ। ਨਾ ਸਮਝਾਉਣ ਵਾਲੇ ਨੂੰ ਸਮਝ, ਨਾ ਸਮਝਣ ਵਾਲੇ ਨੂੰ ਸਮਝ, ਤੇ ਉਹ ਜਿਹੜੀ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ, ਮਹੱਤਤਾ ਨਹੀਂ ਰਹਿ ਜਾਂਦੀ। ਇਸ ਕਰਕੇ ਵਿਚਾਰ ਪਿਆਰੀ ਹੈ। ਇਸ ਬਾਣੀ ਨੂੰ ਇਸ ਬਾਣੀ ਨੂੰ ਆਪਣੇ ਬੱਚਿਆਂ ਤੱਕ ਸਾਨੂੰ ਲੈ ਕੇ ਜਾਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਆਪਣਾ ਕੇਵਲ ਦਰਸ਼ਨ ਦੀਦਾਰ ਕਰਨਾ ਜ਼ਰੂਰੀ ਨਹੀਂ, ਆਪਣੇ ਪਰਿਵਾਰ ਬੱਚਿਆਂ ਦਾ ਵੀ ਦਰਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ।
ਸੋ ਇਸ ਦੇ ਨਾਲ ਜ਼ਿੰਦਗੀ ਦੇ ਵਿੱਚ ਮਨੁੱਖ ਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜਿਹੜਾ ਲਗਾਤਾਰ ਰੂਟੀਨ ਦੇ ਵਿੱਚ ਵਿਦਆਊਟ ਗੈਰ ਹਾਜ਼ਰੀ ਜੋ ਗੁਰੂ ਦੇ ਦਰਸ਼ਨ ਕਰਦਾ, ਗੁਰੂ ਦੀ ਸੇਵਾ ਕਰਦਾ, ਉਹਨੂੰ ਗੁਰੂ ਸਾਹਿਬ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਰਹਿਣ ਦਿੰਦੇ। ਕੋਈ ਕਿਸੇ ਕਿਸਮ ਦੀ ਚੀਜ਼ ਵੱਲ ਉਹਦਾ ਧਿਆਨ ਐਵੇਂ ਭਟਕਦਾ ਰਹੇ, ਇਸ ਤਰ੍ਹਾਂ ਹੋਣ ਨਹੀਂ ਦਿੰਦੇ। ਸਭ ਕੁਛ ਉਸ ਨੂੰ ਮਿਲਦਾ ਜਾਂਦਾ, ਮਿਲੀ ਜਾਂਦਾ, ਕਿਉਂਕਿ ਜੋ ਆਪਣੇ ਸਤਿਗੁਰ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਬਹੁਤ ਖੂਬ, ਤੇ ਉਸ ਨੂੰ ਫਿਰ ਕਿਹੜੀ ਚੀਜ਼ ਦੀ ਕਮੀ ਸਤਿਗੁਰ ਜੀ ਰਹਿਣ ਦਿੰਦੇ ਨੇ। ਇਸ ਕਰਕੇ ਉਸ ਦੀਆਂ ਝੋਲੀਆਂ ਭਰ ਦਿੰਦੇ ਹਨ। ਸੋ ਕਹਿਣ ਦਾ ਭਾਵ ਹੈ ਵੀ ਗੁਰੂ ਦੇ ਦਰਸ਼ਨ ਜਿਹੜੇ ਨੇ ਉਹ ਸਾਨੂੰ ਗੁਰੂ ਦੀ ਬਾਣੀ ਜਾਂ ਗੁਰੂ ਦੀ ਜਿਹੜੀ ਸਿੱਖਿਆ ਹੈ ਨਾ, ਉਹ ਸਰਵਣ ਕਰਕੇ ਮੰਨ ਕੇ ਸਾਨੂੰ ਫਿਰ ਸਮਝਣਾ ਚਾਹੀਦਾ ਅਸੀਂ ਅਸਲੀ ਦਰਸ਼ਨ ਕੀਤੇ ਹਨ। ਸੋ ਇਸ ਕਰਕੇ ਆਓ ਗੁਰੂ ਸਾਹਿਬ ਮਿਹਰ ਕਰਨ, ਇਸ ਦਰਸ਼ਨਾਂ ਦੇ ਵਿੱਚੋਂ ਪ੍ਰਤੀਤ ਪੈਦਾ ਹੋਵੇ, ਦਰਸ਼ਨਾਂ ਦੇ ਵਿੱਚੋਂ ਪ੍ਰੀਤ ਪੈਦਾ ਹੋਵੇ, ਦਰਸ਼ਨਾਂ ਦੇ ਵਿੱਚੋਂ ਹੀ ਸਾਡਾ ਪਰਮੇਸ਼ਰ ਰੱਬ ਗੁਰੂ ਨਾਨਕ ਪ੍ਰਗਟ ਹੋਵੇ। ਪ੍ਰਗਟ ਹੈ ਪਰ ਉਸ ਨੂੰ ਅਸੀਂ ਕਿਵੇਂ ਦੇਖਣਾ, ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਗੁਰਬਾਣੀ ਦੁਆਰਾ ਇਹਦਾ ਪਤਾ ਲੱਗੇਗਾ। ਸੋ ਆਓ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਭਗਤ ਕਬੀਰ ਜੀ ਦਾ ਸ਼ਬਦ ਸਾਨੂੰ ਸਰਵਣ ਕਰਨ ਨੂੰ ਮਿਲਿਆ। ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਤ ਬਾਹਰ ਖਿੰਤਾ। ਪਿਛਲੇ ਸ਼ਬਦਾਂ ਵਿੱਚ ਵੀ ਜੋਗੀਆਂ ਦੀਆਂ ਉਦਾਹਰਨਾਂ ਦੇ ਕੇ ਸੋ ਗ੍ਰਸਤ ਦੀ ਪ੍ਰਧਾਨਤਾ ਨੂੰ ਉਜਾਗਰ ਕੀਤਾ ਸੀ ਭਗਤ ਕਬੀਰ ਜੀ ਨੇ। ਸੁਰਤ ਦਾ ਮਤਲਬ ਹੁੰਦਾ ਪਈ ਧਿਆਨ ਨਾਲ ਸੁਣਨਾ, ਧਿਆਨ ਵੀ ਕਹਿ ਸਕਦੇ ਹਾਂ, ਸੁਣਨਾ ਵੀ ਕਹਿ ਸਕਦੇ ਹਾਂ, ਇਕਾਗਰਤਾ ਵੀ ਕਹਿ ਸਕਦੇ ਹਾਂ, ਚੇਤਾ ਵੀ ਕਹਿ ਸਕਦੇ ਹਾਂ। ਜਦੋਂ ਸੁਰਤ ਸ਼ਬਦ ਆਉਂਦਾ ਹੈ, ਜਿਵੇਂ ਅਸੀਂ ਸਹਿ ਸੁਭਾਅ ਕਹਿ ਦਿੰਦੇ ਹਾਂ ਨਾ, ਇਸ ਬੰਦੇ ਨੂੰ ਸੁਰਤ ਨਹੀਂ, ਮਤਲਬ ਇਸ ਨੂੰ ਕੋਈ ਚੀਜ਼ ਚੇਤੇ ਨਹੀਂ, ਇਹਦਾ ਧਿਆਨ ਮਤਲਬ ਜੁੜਦਾ ਨਹੀਂ ਜਾਂ ਇਹਨੂੰ ਸੁਣਦਾ ਨਹੀਂ। ਜਦੋਂ ਅਸੀਂ ਮਹਾਨ ਕੋਸ਼ ਵਿੱਚ ਸੁਰਤ ਸ਼ਬਦ ਤੁਸੀਂ ਭਰ ਕੇ ਦੇਖਣਾ ਜਾਂ ਕੋਈ ਵੀ ਸ਼ਬਦ ਭਰੋਗੇ ਉਹਦੇ 20 ਅੱਗੇ ਅਰਥ ਆ ਜਾਂਦੇ। ਔਰ ਕਈ ਵਾਰੀ ਕਿਹੜਾ ਢੁਕਦਾ ਕਿਹੜਾ ਹੈ ਉਸ ਪੰਕਤੀ ਦੇ ਨਾਲ ਇਹ ਅਸੀਂ ਤੈਅ ਕਰਨਾ ਵੀ ਇਹਦੇ ਅਰਥ ਕੀ ਨੇ। ਇਸ ਕਰਕੇ ਸੁਰਤ ਦੇ ਅਰਥ ਇੱਥੇ ਸੁਣਨਾ ਵੀ ਹੈ ਤੇ ਧਿਆਨ ਜੋੜਨਾ ਵੀ ਹੈ। ਔਰ ਇੱਥੇ ਇਹ ਅਰਥ ਜਿਹੜਾ ਚੰਗਾ ਲੱਗਦਾ। ਤੇ ਸਿਮਰਤ ਦਾ ਮਤਲਬ ਵੀ ਹੈ ਵੀ ਚੇਤੇ ਕਰਨਾ, ਸੁਣਨਾ ਧਿਆਨ ਦੇ ਨਾਲ। ਸੁਰਤ ਮਤਲਬ ਸੁਣਨਾ, ਧਿਆਨ। ਤੇ ਸਿਮਰਤ ਦਾ ਮਤਲਬ ਸਿਮਰਤੀ, ਸਿਮਰਨਾ ਜਾਂ ਚੇਤੇ ਵਿੱਚ ਰੱਖਣਾ ਜਾਂ ਚੇਤੇ ਕਰਨਾ। ਸੋ ਧਿਆਨ ਦੇ ਵਿੱਚ ਜਦੋਂ ਕੋਈ ਚੀਜ਼ ਆਉਂਦੀ, ਮਤਲਬ ਸੁਰਤ ਦੇ ਵਿੱਚ ਜਦੋਂ ਕੋਈ ਚੀਜ਼ ਆਉਂਦੀ ਹੈ ਤੇ ਫਿਰ ਉਹ ਚੇਤੇ ਵੀ ਹੁੰਦੀ ਹੈ। ਜੇ ਸੁਰਤ ਵਿੱਚ ਚੀਜ਼ ਕੋਈ ਆਈ ਉਹ ਚੇਤੇ ਨਾ ਹੋਈ ਤੇ ਉਸ ਸੁਰਤ ਦੇ ਵਿੱਚ ਜਾਂ ਸੁਣਨ ਦੇ ਵਿੱਚ ਆਈ ਹੋਈ ਚੀਜ਼ ਦਾ ਕੋਈ ਮਾਇਨਾ ਨਹੀਂ, ਕੋਈ ਅਰਥ ਨਹੀਂ। ਸੁਰਤ ਦੇ ਵਿੱਚ ਗਈ ਹੋਈ ਕੋਈ ਵੀ ਚੀਜ਼, ਵਿਚਾਰ, ਉਹ ਜਿਹੜਾ ਹੈ ਉਹ ਯਾਦ ਰਹਿਣਾ ਚਾਹੀਦਾ, ਉਹ ਸਿਮਰਨ ਬਣਨਾ ਚਾਹੀਦਾ। ਭਗਤ ਕਬੀਰ ਜੀ ਕਹਿੰਦੇ ਅਸੀਂ ਸੁਰਤ ਤੇ ਸਿਮਰਤ ਦਾ ਜਿਹੜਾ ਹੈ ਨਾ, ਇਹ ਪ੍ਰਭੂ ਦੇ ਨਾਮ ਦਾ ਸਿਮਰਨਾ ਇਸ ਤਰ੍ਹਾਂ ਮੰਨੋ ਕਿ ਅਸੀਂ ਦੋਨਾਂ ਕੰਨਾਂ ਦੇ ਵਿੱਚ ਇਸ ਚੀਜ਼ ਦੀਆਂ ਮੁੰਦਰਾਂ ਪਾਈਆਂ ਹੋਈਆਂ ਹਨ, ਸਿਮਰਤ ਤੇ ਸੁਰਤ ਦੀ। ਸਿਮਰਤ ਤੇ ਸੁਰਤ ਦੀ ਦੇਖੋ, ਜਿਹੜੇ ਕੰਨਾਂ ਦੇ ਵਿੱਚ ਮੁੰਦਰਾਂ ਪਾਉਂਦੇ ਨੇ ਉਹਦਾ ਵੀ ਕੋਈ ਮਤਲਬ ਹੁੰਦਾ। ਜਿਹੜੇ ਅਸੀਂ 5 ਕਕਾਰ ਪਾਉਂਦੇ ਆ, ਸ੍ਰੀ ਸਾਹਿਬ ਪਾਉਂਦੇ ਆ, ਕੜਾ ਪਾਉਂਦੇ ਆ, ਇਹਦਾ ਵੀ ਜਿਹੜੇ ਧਾਰਮਿਕ ਚਿੰਨ੍ਹ ਹੁੰਦੇ ਨੇ ਕਿਸੇ ਵੀ ਧਰਮ ਦੇ, ਉਹਨਾਂ ਦਾ ਵੀ ਕੋਈ ਮਤਲਬ ਹੁੰਦਾ। ਜਿਹੜੇ ਸਾਡੇ ਗੁਰੂ ਔਰ ਅਵਤਾਰੀ ਪੁਰਖ ਉਹਨਾਂ ਦੇ ਕੋਲ ਸ਼ਸਤਰ ਹੁੰਦੇ ਨੇ, ਉਹਦਾ ਵੀ ਕੋਈ ਬਹੁਤ ਗਹਿਰਾ ਮਤਲਬ ਹੁੰਦਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਤਲਵਾਰ ਹੈ, ਤੀਰ ਕਮਾਨ ਹੈ, ਉਹਦਾ ਵੀ ਕੋਈ ਅਰਥ ਹੈ, ਕੋਈ ਮਤਲਬ।
जे किसी कोल गुरबाणी है, किसी कोल नितनेम है, तो उहदा भी बहुत वड्डा जिहड़ा मतलब हुंदा है। चाहे कोई भी है, ये कह सकते हैं किसी भी बंदे कोल किसी भी तरह का कोई भी टैलेंट होवे, कोई भी किसी तरह की योग्यता होवे, वो बंदा जिहड़ा है वो बहुत चंगा होंदा। गुण होना बहुत चंगी गल, रब्बी गुण होना सोने ते सुहागा। सो भगत कबीर जी कहते हैं सुरत ते सिमरत ये दोने इस तरह की असीं कन विच मुद्रा पाईयां होईयां हन भी प्रभु का यथार्थ ज्ञान जिहड़ा है, ये जिहड़ा यथार्थ ज्ञान है, ये एक मैं गोदड़ी की तरह इसनू अपनाया होया है। सुन गुफा मैं आसन बैसन कल्प विवर्जित पंथा, कहते एक सुन अवस्था अफुर अवस्था जिहदे विच दुनियावी जिहड़ियां चीज़ां ने माया पदार्थ ने उन्हां दे बारे सब कुछ भुल जांदा। जिसने शब्द नाल सुरत लाउणी है, ध्यान देना, उसनूं संसार दे पदार्थां नूं, संसार दियां मनमोहक चीज़ां नूं भुलाना पएगा, तां सुरत विच परमात्मा प्रगट हुंदा है। वस्तु अंदर वस्तु आवे जे दूजी होवे पास, भांडे दे विच इक्को समय एक चीज़ पैनी है, दो नहीं पैणियां। जे भांडे दे विच सब्जी पाई हुई है तो उहदे विच दुध नहीं पैना, पहला सब्जी कढ़नी पैनी है, भांडा साफ करना पैना। साडी सुरत दे विच जदों तक संसार है उदों तक निरंकार नहीं। संसार का मतलब भी संसार के पदार्थों की तीव्र इच्छा, संसार के पदार्थों का मोह। इस करके सो भगत कबीर जी महाराज जी की बाणी बड़ी प्यारी, बड़ा शब्द प्यारा। एक सुन अवस्था अफुर अवस्था कहते ने, उस अवस्था दे विच मैं जदों आसन लाउंदा हाँ जां लाया, मैनूं दुनिया के धंधियां दे फुरने आने बंद हो गए। मैनूं दुनिया दे विच जिहड़े साडे सारे कारोबारां दे, परिवारां दे धंधे चलते हैं ना, कमाई भी करनी है, एक धंधा है, घर दे विच जिम्मेवारी ना घर नूं औरत ने सामना ये भी एक धंधे के रूप दे विच है। इस सारे संसार दे विच जो भी इंसान अपने चाहे फर्जां नूं निभाउण दे लई कोई काम करते हैं, जॉब करते हैं, जां कोई घर विच बैठ के अपनी जिम्मेवारी नूं संभालदा है, इन्हां नूं बाणी दे विच धंधा आखिया। सो इस करके इस धंधे नूं धर्म दे विच तब्दील किवें करना है? सुरत सिमरत दोए कन्नी मुंदा परमत बार किंता। सो भगत जी फरमान करते मैं दुनिया के धंधियां तो जड़ी है वो दूरी बना रही। इसका मतलब ये नहीं भी उन्होंने अपने फर्जां नूं गृहस्थ नूं छड्ड दिता, ये नहीं। कहते भी मैं अपने मन विच ही एकांत लभ लिया। जिवें कई बार बंदा कहता भी मैनूं कल्ले नूं छड्ड दिओ, मैनूं एकांत चाहिए। तो जिहड़ा भगत है वो अपने अंदर ही एकांत भाल लैंदा, चाहे रौला पई जावे उन्होंने बहुता असर नहीं होंदा। वो इन्ना अपने आप को पक्का कर लैंदा उस हिरदे रूपी घर दे एकांत दे विच, उन्होंने किसी किस्म की कोई चिंता कोई परेशानी नहीं रहिंदी। सतगुरु जी दे शब्द सुरत दा सुमेल उसनूं मिटा दिंदा। मेरे राजन मैं बैरागी जोगी, हे मेरे पातशाह मैं तेरे नाल बहुत ज़्यादा प्रेम बैराग करने वाला हाँ, ਜਾਂ मेरे अंदर तेरे प्रति बैराग, मेरे अंदर वो बैराग प्रेम भावना है। मेरे राजन मेरे सच्चे पातशाह राजियां दे राजे, मैं तेरी याद विच एक लगन वाला बैराग वाला एक जोगी हाँ। एक जोगी हाँ, जोगी का मतलब वो नहीं केवल गेरुए रंग के कपड़े वाले जोगी कहते ने, नहीं गृहस्थी नूं भी जोगी क्या मतलब जोगी जिहड़ा योग करदा है। योग मतलब
ਅਸਲ ਦੇ ਵਿੱਚ ਯੋਗ ਪਰਮ ਪਿਤਾ ਪਰਮਾਤਮਾ ਨੂੰ ਖੋਜਣਾ ਹੈ। ਆਪਣੇ ਸਰੀਰਾਂ ਨੂੰ ਕਸ਼ਟ ਦੇ ਕੇ ਪੁੱਠੇ ਸਿੱਧੇ ਕਰਨਾ ਠੀਕ ਹੈ, ਉਹਨਾਂ ਨੇ ਕੋਈ ਇਸ ਨੂੰ ਯੋਗ ਮੰਨਿਆ ਹੋਏਗਾ ਜੋ ਮੰਨਦੇ ਹਨ, ਪਰ ਸਾਡੇ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਫਰਜ਼ਾਂ ਨੂੰ ਪਹਿਚਾਨ ਸ਼ਬਦ ਸੁਰਤ ਦੇ ਸੁਮੇਲ ਰਾਹੀਂ, ਪੁੰਨ ਰਾਹੀਂ, ਦਇਆ ਰਾਹੀਂ, ਪ੍ਰੇਮ ਰਾਹੀਂ, ਸ਼ਰਧਾ ਰਾਹੀਂ, ਭਰੋਸੇ ਰਾਹੀਂ, ਮਿੱਠ ਬੋਲਣ ਦੇ ਨਾਲ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਚੀਜ਼ ਜਿਹੜੀ ਹੈ ਇਹ ਬਣ ਸਕਦੀ ਹੈ। ਸੋ ਇਸ ਕਰਕੇ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਗ ਵਿਯੋਗੀ, ਮੌਤ ਦਾ ਡਰ ਤੇ ਚਿੰਤਾ ਮੈਨੂੰ ਹੁਣ ਪਾਉਂਦੇ ਨਹੀਂ, ਮਤਲਬ ਮੈਨੂੰ ਸਤਾਉਂਦੇ ਨਹੀਂ, ਮੈਨੂੰ ਚਿੰਤਾ ਵਿੱਚ ਨਹੀਂ ਲੈ ਕੇ ਜਾਂਦੇ। ਮਰਤਨਾ ਸੋਗ ਵਿਯੋਗੀ, ਮੈਨੂੰ ਹੁਣ ਕੋਈ ਵਿਛੋੜਾ ਜਿਹੜਾ ਹੈ ਵਿਛੋੜੇ ਦਾ ਡਰ ਜਿਹਾ ਨਹੀਂ ਲੱਗਦਾ ਵਿਛੋੜੇ ਤੋਂ। ਇਹ ਭਗਤ ਕਬੀਰ ਜੀ ਦੀ ਬਾਣੀ ਵਿੱਚ ਲਿਖਿਆ। ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਸਾਰੇ ਖੰਡਾਂ ਬ੍ਰਹਿਮੰਡਾਂ ਦਾ ਉਹ ਮਾਨੋ ਇੱਕ ਸਿੰਘੀ ਨਾਦ ਜਿਹੜਾ ਵਜਾ ਰਿਹਾ ਹੈ। ਨਾਸ਼ਵੰਤ ਸੰਸਾਰ ਨੂੰ ਗੁਰਮੁਖ ਜਿਹੜਾ ਜਾਂ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਸੰਸਾਰ ਨੂੰ ਨਾਸ਼ਵੰਤ ਸਮਝ ਰਹੇ ਹਾਂ, ਤੇ ਇਹ ਮੇਰਾ ਇੱਕ ਸੁਆਹ ਪਾਉਣ ਵਾਲਾ ਸਭ ਜਗ੍ਹਾ ਭਸਮਾ ਧਾਰੀ, ਇੱਕ ਸੁਆਹ ਪਾਉਣ ਵਾਲਾ ਇੱਕ ਥੈਲਾ ਹੈ, ਇੱਕ ਵਸਤੂ ਹੈ। ਤਾਲੀ ਲਾਗੀ ਤ੍ਰਿਪਲ ਪਲਟੀ ਹੈ ਛੋਟੇ ਹੋਏ ਪਸਾਰੀ। ਤ੍ਰੈ ਗੁਣ ਮਾਇਆ ਦੇ ਪ੍ਰਭਾਵ ਨੂੰ ਮੈਂ ਜਿਹੜਾ ਪਰਾਂ ਕਰ ਦਿੱਤਾ, ਪਰਤਾ ਦਿੱਤਾ, ਵੱਖਰਾ ਕਰ ਦਿੱਤਾ। ਤਾਲੀ ਲਾਗੀ ਤ੍ਰਿਪਲ ਪਲਟੀ ਹੈ ਛੋਟੇ ਹੋਏ ਪਸਾਰੀ। ਮੈਂ ਗ੍ਰਸਤੀ ਦੇ ਵਿੱਚ ਗ੍ਰਸਤ ਵਿੱਚ ਰਹਿੰਦਾ ਹੋਇਆ ਵੀ ਮੈਂ ਮੁਕਤ ਹੋ ਕੇ ਬੈਠਾ ਹੋਇਆ ਹਾਂ, ਮੈਨੂੰ ਕੋਈ ਚਿੰਤਾ ਨਹੀਂ ਹੋ। ਕਈਆਂ ਨੇ ਮੁਕਤੀ ਆਪਣੇ ਮਰਨ ਤੋਂ ਬਾਅਦ ਪ੍ਰਾਪਤ ਕੀਤੀ ਜਾਂ ਕਰਨ ਦਾ ਖਿਆਲ ਰੱਖਦੇ ਹਨ, ਪਰ ਭਗਤ ਕਬੀਰ ਜੀ ਕਹਿੰਦੇ ਹਾਂ ਮੈਂ ਇਸ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਮੈਂ ਮੁਕਤ ਹੋਇਆ ਹਾਂ, ਜਾਂ ਮੈਂ ਮੁਕਤ ਹਾਂ। ਮਨ ਪਵਨ ਦੋਇ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਮੇਰੇ ਅੰਦਰ ਇੱਕ ਕਿੰਗਰੀ ਵੀਣਾ ਵੱਜ ਰਹੀ ਹੈ, ਤਿਤ ਘਰ ਅਨਹਦ ਵਾਜੇ, ਮਤਲਬ ਸ਼ਬਦ ਦੀ ਜਿਹੜੀ ਆਵਾਜ਼ ਜਾਂ ਬੀਨ ਧੁਨੀ ਵੱਜ ਰਹੀ ਹੈ, ਔਰ ਉਹ ਇੱਕ ਜਿਵੇਂ ਤੰਤੀ ਸਾਜ਼ ਦੀ ਸੁਰ ਸੁੰਦਰ ਲੱਗਦੀ ਹੈ ਨਾ, ਮਿੱਠੀ ਪਿਆਰੀ ਲੱਗਦੀ ਹੈ ਨਾ, ਤੇ ਇਹ ਸਾਰੇ ਪਾਸਿਓਂ ਬਹੁਤ ਰਸ ਜਿਹੜੀ ਹੈ ਸਾਨੂੰ ਦਿੰਦੀ ਹੈ। ਔਰ ਕਹਿੰਦੇ ਨੇ ਮੈਂ ਇਹ ਚੀਜ਼ ਜਿਹੜੀ ਹੈ ਸਵਾਸਾਂ ਦੇ ਆਪਣੇ ਸਵਾਸਾਂ ਨੂੰ ਇੱਕ ਡੋਰੀ ਦੇ ਨਾਲ ਬੰਨ੍ਹ ਕੇ, ਆਪਣੇ ਸਵਾਸਾਂ ਨੂੰ ਇੱਕ ਡੋਰੀ ਵਾਂਗ ਬੰਨ੍ਹ ਕੇ ਮੈਂ ਸਵਾਸ ਜਪਣ ਦੀ ਇੱਕ ਡੰਡੀ ਜੀ ਬਣਾਈ ਹੋਈ ਹੈ। ਮਨ ਪਵਨ ਦੋਇ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਤੇ ਇਹ ਸਦਾ ਸਥਿਰ ਰਹਿਣ ਵਾਲੀ ਸਵਾਸਾਂ ਨੂੰ ਤੁੰਬਿਆਂ ਦੇ ਨਾਲ ਜੁੜਨ ਵਾਲੀ ਮੈਂ ਡੰਡੀ ਬਣਾਈ ਹੋਈ ਹੈ, ਤੇ ਮੈਂ ਪ੍ਰਮਾਤਮਾ ਦੇ ਨਾਲ ਇਸ ਪ੍ਰਕਾਰ ਜੁੜਿਆ ਹੋਇਆ ਹਾਂ। ਥਿਰ ਪਈ ਤੰਤੀ ਟੂਟਸ ਨਾਹੀ, ਅਨਹਦ ਕਿੰਗਰੀ ਬਾਜੀ। ਅਨਹਦ ਦਾ ਮਤਲਬ ਇੱਕ ਮਹਾਨ ਰਸ, ਇੱਕ ਰਸ। ਕਹਿੰਦੇ ਉਸ ਅਨਹਦ ਨਾਦ ਦੇ ਨਾਲ ਵੱਜਣ ਦੇ ਨਾਲ ਇਹ ਸੁਰਤ ਰੂਪੀ ਤਾਰ ਜਿਹੜੀ ਹੈ ਨਾ ਕਿੰਗਰੀ, ਇਹ ਕਹਿੰਦੇ ਬਹੁਤ ਮਜ਼ਬੂਤ ਹੋ ਗਈ। ਜੈਂਜ ਵੀ ਕਹਿ ਸਕਦੇ ਹਾਂ, ਜਦੋਂ ਅਸੀਂ ਸਾਹਾਂ ਦੇ ਨਾਲ ਆਪਣੇ ਸਵਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ, ਤੇ ਇਹ ਵੀ ਜਿਹੜੀ ਇੱਕ ਅਸੀਂ ਇਸ ਨੂੰ ਕਿੰਗਰੀ ਵੀ ਕਹਿ ਸਕਦੇ ਹਾਂ, ਆਵਾਜ਼ ਕਹਿ ਸਕਦੇ ਹਾਂ। ਇਹ ਸਾਜ਼ ਇੰਨਾ ਮਜ਼ਬੂਤ ਹੋ ਗਿਆ, ਮਤਲਬ ਮੈਂ ਅਭਿਆਸ ਕੀਤਾ, ਮੇਰਾ ਅਭਿਆਸ, ਮੇਰਾ ਚੌਂਕੜਾ, ਮੇਰਾ ਬੈਠਣਾ, ਮੇਰਾ ਉਸ ਦੀ ਯਾਦ ਵਿੱਚ ਜੁੜਨਾ ਬਹੁਤ ਜ਼ਿਆਦਾ ਹੋ ਗਿਆ। ਇਹ ਚੀਜ਼ ਮਜ਼ਬੂਤ ਹੋ ਗਈ। ਸੁਣ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਹਿੰਦੇ ਮੇਰਾ ਮਨ ਪੂਰਨ ਤੌਰ ਤੇ ਅੰਦਰੂਨੀ ਤੌਰ ਤੇ ਆਨੰਦਿਤ ਹੋ ਗਿਆ। ਸੁਣ ਮਨ ਮਗਨ ਪਏ ਹੈ ਪੂਰੇ। ਮੈਨੂੰ ਗੁਰੂ ਦੀ ਸਿੱਖਿਆ, ਗੁਰੂ ਦੇ ਦਰਸ਼ਨ ਦੇ ਦਾਰ,
ਗੁਰੂ ਦੀਆਂ ਸੰਗਤਾਂ, ਇਹ ਸਭ ਕੁਝ ਇਹ ਸੁਣ ਕੇ ਦੇਖ ਕੇ ਕਹਿੰਦੇ ਮੇਰਾ ਮਨ ਜਿਹੜਾ ਪੂਰਨ ਤੌਰ ਤੇ ਮਸਤ ਹੋ ਗਿਆ। ਮਸਤ ਮਤਲਬ ਆਪਣੇ ਪਰਮੇਸ਼ਰ ਦੇ ਨਾਮ ਵਿੱਚ, ਯਾਦ ਵਿੱਚ ਇਹ ਮਨ ਮੇਰਾ ਜੁੜਨਾ ਸ਼ੁਰੂ ਹੋ ਗਿਆ ਜਾਂ ਜੁੜ ਗਿਆ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਮਤਲਬ ਪੁਨਰਪ ਜਾਂਦੇ ਨੇ ਮੁੜ ਜਨਮ ਹੋਣਾ ਜਾਂ ਲੈਣਾ। ਕਹਿੰਦੇ ਜਦੋਂ ਅਸੀਂ ਆਹ ਚੀਜ਼ਾਂ ਸਾਰੀਆਂ ਕੀਤੀਆਂ, ਨਾਮ ਭਜਨ ਵਾਲੀਆਂ, ਵਿਸ਼ਵਾਸ ਕੀਤਾ, ਤੇ ਫਿਰ ਸਾਨੂੰ ਮੁੜ ਮੁੜ ਕੇ ਉਸ ਜਨਮ ਦੇ ਵਿੱਚ ਆਉਣ ਜਾਣ ਦਾ ਜਿਹੜਾ ਇਹ ਚੱਕਰ ਜਿਹੜਾ ਸਾਡਾ ਮੁੱਕ ਗਿਆ, ਸਾਡਾ ਕੱਟਿਆ ਗਿਆ। ਸਾਨੂੰ ਮੁੜ ਮੁੜ ਕੇ ਜਨਮ ਦੇ ਵਿੱਚ ਆਉਣਾ ਨਹੀਂ ਪਏਗਾ, ਕਿਉਂਕਿ ਅਸੀਂ ਜਿਹੜੇ ਉਸ ਸ਼ਬਦ ਦੇ ਨਾਲ ਜੁੜ ਗਏ, ਸ਼ਬਦ ਦੀ ਸਾਨੂੰ ਸਮਝ ਲੱਗ ਗਈ, ਸ਼ਬਦ ਸਾਡੇ ਹਿਰਦੇ ਵਿੱਚ ਵਸ ਗਿਆ। ਇੱਕ ਸ਼ਬਦ ਮੇਰੇ ਪ੍ਰਾਨ ਅਵਸਥਾ ਹੈ, ਬੌੜ ਜਨਮ ਨਾ ਆਵਾ। ਸੋ ਇਸੇ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਭਗਤ ਕਬੀਰ ਜੀ ਦਾ ਸ਼ਬਦ 334 ਔਰ 335 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਇਸ ਦੀ ਵਿਚਾਰ ਸੰਖੇਪ ਦੇ ਵਿੱਚ ਗੁਰੂ ਸਾਹਿਬ ਨੇ ਸੇਵਾ ਲੈ ਕੇ ਕਰਵਾਈ ਹੈ। ਸੋ ਮਹਾਰਾਜ ਜੀ ਮਿਹਰ ਕਰਨ, ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ ਤੇ ਸਾਡਾ ਜੀਵਨ ਗੁਰਮਤਿ ਵਾਲਾ ਬਣ ਜਾਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।